ਕਸਟਮਰਸ ਨੇ ਸਾਨੂੰ ਕੰਪਲੇਂਟਸ ਦਿੱਤੀਆਂ ਜੇ ਉਹਨਾਂ ਨੇ ਪੈਸੇ ਵੀ ਦਿੱਤੇ ਆ, ਉਹਨਾਂ ਨੇ ਸਕੈਜੂਲਸ ਵੀ ਕੀਤੀਆਂ, ਕਿਸੇ ਨੇ ਆਉਣਾ ਆ ਅੱਜ ਸਾਡੇ ਘਰ ਸਾਫ਼ ਕਰਨ ਲਈ ਤਾਂ ਕੋਈ ਨਹੀਂ ਆਉਂਦਾ। ਤਾਂ ਫੋਨਸ ਆਈ ਜਾਂਦੇ ਆ, ਲਾਈਕ ਅਸੀਂ ਫੋਨ ਕਾਲ ਕਰ ਸਕਦੇ ਹਾਂ, ਵੋਇਸਮੇਲ ਛੱਡ ਸਕਦੇ ਹਾਂ, ਉਹ ਈਮੇਲ ਵੀ ਆ ਰਹੀ ਹੈ ਕਹਿੰਦੀ ਅੱਜ ਤੁਹਾਡੀ ਸਰਵਿਸ ਆ, ਪਰ ਕੋਈ ਨਹੀਂ ਆਉਂਦਾ। ਤੁਹਾਨੂੰ ਬੈਟਰ ਬਿਜ਼ਨਸ ਬਿਊਰੋ ਨੂੰ ਵੀ ਕੰਪਲੇਂਟਸ ਗਈਆਂ ਇਹਦੇ ਬਾਰੇ? ਹਾਂਜੀ ਜ਼ਰੂਰ ਆਈਆਂ। ਸਾਡੇ ਪਿਛਲੇ 3 ਸਾਲ ਦੇ ਵਿੱਚ 93 ਕੰਪਲੇਂਟਸ ਆਈਆਂ, ਪਰ ਇਸ ਸਾਲ ਦੇ ਵਿੱਚ 74 ਕੰਪਲੇਂਟਸ ਆਈਆਂ। ਸਰੀ ਅਦਾਤ ਸਕ੍ਰਬੀ ਨਾਮੀ ਕਲੀਨਿੰਗ ਕੰਪਨੀ ਬਾਰੇ ਬਹੁਤ ਸਾਰੀਆਂ ਕਥਿਤ ਤੌਰ ਤੇ ਫਰਾਡ ਦੀਆਂ ਸ਼ਿਕਾਇਤਾਂ ਬੈਟਰ ਬਿਜ਼ਨਸ ਬਿਊਰੋ ਨੂੰ ਮਿਲਣ ਤੇ ਉਹਨਾਂ ਨੇ ਲੋਅਰ ਮੇਨਲੈਂਡ ਵਿਚਲਾ ਉਹਨਾਂ ਦਾ ਅਕਾਊਂਟ ਬੰਦ ਕਰ ਦਿੱਤਾ ਹੈ, ਬਲਕਿ ਉਹਨਾਂ ਦੀ ਵੈਬਸਾਈਟ ਤੇ ਸਰੀ ਵਿਚਲਾ ਉਹਨਾਂ ਦਾ ਦਫ਼ਤਰ ਵੀ ਪਰਮਾਨੈਂਟਲੀ ਕਲੋਜ਼ ਦਿਖਾਈ ਦੇ ਰਿਹਾ ਹੈ। ਪਰ ਹੁਣ ਕੈਲਗਰੀ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਕਤ ਕੰਪਨੀ ਵੱਲੋਂ ਕਥਿਤ ਤੌਰ ਤੇ ਉਹਨਾਂ ਨਾਲ ਕਈ ਤਰ੍ਹਾਂ ਦੇ ਫਰਾਡ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਹਜ਼ਾਰਾਂ ਡਾਲਰਾਂ ਦਾ ਕਥਿਤ ਤੌਰ ਤੇ ਚੂਨਾ ਵੀ ਲਾਇਆ ਗਿਆ ਹੈ ਤੇ ਹੁਣ ਉਹਨਾਂ ਦੀ ਕੋਈ ਬਾਂਹ ਵੀ ਨਹੀਂ ਫੜ ਰਿਹਾ। ਜਿੱਦਾਂ ਪਹਿਲਾਂ ਜਿਹੜੀ ਮੇਰੀ ਜੌਬ ਸੀਗੀ 9 ਤਰੀਕ ਤੋਂ ਸ਼ੁਰੂ ਹੋਈ ਆ, ਤਾਂ ਮੈਂ ਸੈਪਟੈਂਬਰ 29 ਤੱਕ ਉਹਨਾਂ ਦੇ ਕੰਮ ਕੀਤੇ। ਟੋਟਲ ਮੈਂ ਘਰ ਕੀਤੇ ਆ 19 ਪਲੱਸ ਘਰ। ਉਹਨਾਂ ਨੇ ਮੈਨੂੰ ਇੱਕ ਦਾ ਵੀ ਪੇ ਨਹੀਂ ਕੀਤਾ। ਜਦੋਂ ਉਹਨਾਂ ਨੇ ਮੈਨੂੰ ਕਹਿੰਦੇ ਸੀ ਬਾਏ ਵੀਕਲੀ ਪੇ ਕਰਨਾ ਤੁਹਾਨੂੰ, ਤੇ ਜਦੋਂ 2 ਵੀਕਾਂ ਹੋ ਗਈਆਂ ਸਤੰਬਰ 28 ਨੂੰ ਜਿਹੜੀ ਆ ਉਹ ਮੇਰੀ ਪੇ ਜਿਹੜੀ ਡਿਪੋਜ਼ਿਟ ਹੋਣੀ ਚਾਹੀਦੀ ਸੀਗੀ, ਤੇ 28 ਤਰੀਕ ਨੂੰ ਪੇ ਮੈਂ ਸਵੇਰੇ ਵੀ ਦੇਖਿਆ, ਦੁਪਹਿਰੇ ਵੀ ਦੇਖਿਆ। ਮੈਂ ਫਿਰ ਵੀ ਜਿਹੜਾ ਉਹਨਾਂ ਨੇ ਮੈਨੂੰ ਅਸਾਈਨ ਕੀਤਾ ਹੈ ਮੈਂ ਫਿਰ ਵੀ ਉਹ ਘਰ ਕਲੀਨ ਕਰਨ ਚੱਲ ਗਈ, ਚੱਲ ਮੇਰੀ ਮੁੜ ਕੇ ਆਉਂਦੀ ਤੱਕ ਸ਼ਾਇਦ ਹੋ ਜਾਊਗੀ ਹੈ ਨਾ ਜਮ੍ਹਾਂ। ਜਦ ਤੱਕ ਮੈਂ ਮੁੜ ਕੇ ਆਈ ਫਿਰ ਵੀ ਜਮ੍ਹਾਂ ਨਹੀਂ ਸੀ ਹੋਏ। ਫਿਰ ਮੈਂ ਉਹਨਾਂ ਨੂੰ ਫੋਨ ਕਾਲਾਂ ਸ਼ੁਰੂ ਕਰ ਦਿੱਤੀਆਂ ਕਰਨੀਆਂ, ਉਹਨਾਂ ਨੂੰ ਈਮੇਲਾਂ ਕੀਤੀਆਂ, ਤੇ ਉਹ ਮੈਨੂੰ ਇਹੋ ਹੀ ਕਹੀ ਗਏ ਡੋਂਟ ਵਰੀ ਇਟ ਵਿਲ ਗੈਟ ਡਿਪੋਜ਼ਿਟਡ, ਡੋਂਟ ਵਰੀ ਇਟ ਵਿਲ ਗੈਟ ਡਿਪੋਜ਼ਿਟਡ। ਕੈਲਗਰੀ ਵਸਨੀਕ ਸੁਖਵਿੰਦਰ ਤੂਤ ਅਨੁਸਾਰ ਉਸਦੇ ਵਿੱਤੀ ਹਾਲਾਤ ਤੰਗ ਹੋਣ ਕਰਕੇ ਉਹ ਲੰਮੇ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਹੀ ਸੀ ਅਤੇ ਅਖੀਰ ਸਕ੍ਰਬੀ ਨਾਮੀ ਕੰਪਨੀ ਨੇ ਉਸਨੂੰ $22 ਘੰਟੇ ਦੀ ਜਦ ਨੌਕਰੀ ਦੀ ਪੇਸ਼ਕਸ਼ ਕੀਤੀ ਤਾਂ ਉਹ ਬਹੁਤ ਖੁਸ਼ ਸੀ ਅਤੇ ਉਸਨੇ ਕੰਪਨੀ ਨਾਲ ਸਫਾਈ ਦਾ ਕੰਟਰੈਕਟ ਕਰ ਲਿਆ ਅਤੇ ਕਈ ਘਰਾਂ ਵਿੱਚ ਕੰਮ ਕਰਨ ਉਪਰੰਤ ਉਸਦੇ ਹੱਥ ਇੱਕ ਵੀ ਪੈਨੀ ਨਾ ਲੱਗੀ। ਹੁਣ ਮੇਰਾ ਟਰਸਟ ਜਾਂਦਾ ਲੱਗਾ ਸਾਰਿਆਂ ਤੋਂ। ਇਹ ਇਮੋਸ਼ਨਲ ਅਬਿਊਜ਼ ਹੋ ਗਿਆ ਮੇਰੇ ਲਈ। ਕਦੇ ਸੋਚਿਆ ਨਹੀਂ ਸੀ ਵੀ ਮੈਨੂੰ ਕੰਮ ਵਾਲੇ ਕਦੀ ਇੱਦਾਂ ਹੋਊਗਾ। ਹੁਣ ਜਿੱਦਾਂ ਮੈਨੂੰ ਕਿਸੇ ਦਾ ਯਕੀਨ ਨਹੀਂ ਆਉਂਦਾ ਜੇ ਮੈਨੂੰ ਕੋਈ ਕਵੇ ਵੀ ਤੈਨੂੰ ਜੌਬ ਦੇਣੀ ਆ। ਅਤੇ ਕ੍ਰਿਤੀ ਕਰਵਾਲ ਅਨੁਸਾਰ ਉਹ ਸਕ੍ਰਬੀ ਨਾਲ ਪਿਛਲੇ 2 ਸਾਲ ਤੋਂ ਗੱਲਬਾਤ ਕਰਦੀ ਆ ਰਹੀ ਸੀ ਅਤੇ ਜਾਂਚ ਪਰਖ ਕਰਨ ਉਪਰੰਤ ਉਹਨਾਂ ਵੱਲੋਂ ਦਿੱਤੀ ਵਧੀਆ ਡੀਲ ਕਾਰਨ ਉਸਨੇ ਆਪਣੇ ਘਰ ਦੀ ਸਫਾਈ ਕਰਵਾਉਣ ਲਈ ਪੂਰੇ ਸਾਲ ਦੀ ਐਡਵਾਂਸ ਪੇਮੈਂਟ ਸਕ੍ਰਬੀ ਨੂੰ ਕਰ ਦਿੱਤੀ ਅਤੇ ਕਥਿਤ ਤੌਰ ਤੇ ਉਹ ਉਸਦੇ $3500 ਮਾਰ ਕੇ ਰਫੂ ਚੱਕਰ ਹੋ गए हैं। So मैंने इनसे एक्चुअली पूरे साल का पैकेज खरीदा था क्लीनिंग का। दैट मीन्स 26 अपॉइंटमेंट्स। तो उसमें क्या था कि वो और 2 उन्होंने एड ऑन डीप क्लीनिंग दिया था, 40% डिस्काउंट पे दिया था, टोटल मिला के 3500 समथिंग डॉलर्स। तो वो दिया। 3 बार ये लोग आए साफ करने। फिर जब मुझे एक्चुअल में रियल में जरूरत थी, जब मेरी सर्जरी हुई और मुझे अब था कि मेरे हिसाब से मैंने सब सेट किया हुआ था, क्लीनिंग इज इन प्लेस, बच्चों का सब देख के, हस्बैंड के साथ पूरी प्लानिंग करके, पर ये लोग आए नहीं। ਆਲਮੋਸਟ $1500 ਮੈਨੂੰ ਉਹ ਕਰਦੇ ਆ। ਬਿਸਾਈਡ ਜਿਹੜਾ ਮੈਂ ਆਪਣਾ ਗੈਸ ਆਪਣੇ ਕੋਲੋਂ ਪਾਇਆ, ਜਿਹੜੀਆਂ ਸਾਰੀਆਂ ਕਲੀਨਿੰਗ ਸਪਲਾਈਜ਼ ਮੈਂ ਆਪਣੇ ਕੋਲੋਂ ਲੈ ਕੇ ਜਾਂਦੀ ਸੀ, ਤੇ ਜਿਹੜਾ ਬੈਕਗਰਾਊਂਡ ਕ੍ਰਿਮੀਨਲ ਕਰਦੇ ਹੁੰਦੇ ਬੈਕਗਰਾਊਂਡ ਚੈੱਕ ਉਹ ਵੀ ਮੈਂ ਆਪਣੇ ਪੈਸਿਆਂ ਦਾ ਉਹ ਵੀ ਕਰਾਇਆ। ਹੋਏ ਕਥਿਤ ਫਰਾਡ ਤੋਂ ਬਾਅਦ ਇਹ ਪੀੜਤ ਬੇਬਸ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਅਨੁਸਾਰ ਉਹਨਾਂ ਇਸ ਬਾਰੇ ਸਿਟੀ ਦੇ ਮੇਅਰ, ਕਾਉਂਸਲ, ਲੇਬਰ ਬੋਰਡ ਅਤੇ ਇੱਥੋਂ ਤੱਕ ਕਿ ਕੈਲਗਰੀ ਪੁਲਿਸ ਨੂੰ ਵੀ ਰਿਪੋਰਟ ਕੀਤਾ ਹੈ, ਪਰ ਸਭ ਨੇ ਹੀ ਇਹ ਮਾਮਲਾ ਕ੍ਰਿਮੀਨਲ ਨਾ ਦੱਸ ਕੇ ਸਿਵਲ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਸਲਾਹ ਦਿੱਤੀ ਹੈ। उसके बाद सबसे पहले तो मैंने क्रेडिट कार्ड कंपनी को फोन किया देखने के लिए कि भाई ये कहना है क्या मैं इसे फ्रॉड के बेस पे रिपोर्ट करके कुछ एक्शन ले सकती हूँ। उन्होंने कहा कि 30 डेज से ऊपर हो गया। सो वो लिख लेंगे कंप्लेंट, पर टिपिकली 30 डेज से ज्यादा हो जाए तो वो कुछ कर नहीं सकते। तो ये कंपनी इतनी ज्यादा चला कि ऐसे नहीं इन्होंने पैसे ले लिए और फिर सर्विस नहीं की। इन्होंने 3 बार मेरे घर पे सर्विस की, किसी ना किसी को भेजा है, ताकि उनका वो टाइम पीरियड, इन्हें भी पता ही है वो ग्रेस पीरियड कितना होता है कि इसके बाद क्लाइंट अपना पैसा नहीं ले सकता थ्रू क्रेडिट कार्ड। तो उन्होंने वो किया। तो क्रेडिट कार्ड वालों ने मेरी फाइल तो कर ली, पर मुझे पता है वो कुछ नहीं कर सकते। मैं पुलिस के पास भी गई ਤੇ ਮੈਂ ਸੋਚਿਆ ਮੈਂ ਪੁਲਿਸ ਨੂੰ ਕਾਲ ਕਰਦੀ ਹਾਂ, ਚਲੋ ਇਹਨਾਂ ਨੂੰ ਇਨਫੋਰਮ ਹੋਣਾ ਚਾਹੀਦਾ ਤੇ ਇਹ ਕੁਛ ਕਰਨਗੇ। ਉਹਨਾਂ ਨੇ ਵੀ ਮੈਨੂੰ ਜਵਾਬ ਦੇ ਦਿੱਤਾ, ਕਹਿੰਦੇ ਨੋ ਇਹ ਕ੍ਰਿਮੀਨਲ ਨਹੀਂ ਕੇਸ ਨਹੀਂ ਹੈਗਾ ਤੇ ਤੁਹਾਨੂੰ ਕੋਰਟ 'ਚ ਜਾਣਾ ਪੈਣਾ, ਇਹਦੇ ਲਈ ਅਸੀਂ ਕੁਛ ਨਹੀਂ ਕਰ ਸਕਦੇ। Thank you for calling Scrubby. To book your first appointment or learn more about Scrubby, press 1. If you are calling about an
ਇਸ ਬਾਰੇ ਸਕ੍ਰਬੀ ਕੰਪਨੀ ਦਾ ਪੱਖ ਜਾਣਨ ਲਈ ਉਹਨਾਂ ਨੂੰ ਫੋਨ ਅਤੇ ਈਮੇਲ ਜ਼ਰੀਏ ਸੰਪਰਕ ਕੀਤਾ ਗਿਆ, ਪਰ ਕੋਈ ਜਵਾਬ ਨਾ ਆਇਆ। ਸਰੀ ਅਤੇ ਕੈਲਗਰੀ ਅਦਾਲਤ ਭਾਵੇਂ ਕਿ ਉਹਨਾਂ ਦੀਆਂ ਲੋਕੇਸ਼ਨ ਬੰਦ ਸ਼ੋਅ ਹੋ ਰਹੀਆਂ ਹਨ, ਪਰ ਉਹਨਾਂ ਦੀ ਵੈਬਸਾਈਟ ਤੇ ਕੈਨੇਡਾ ਭਰ ਵਿੱਚ ਅਜੇ ਵੀ ਸੇਵਾਵਾਂ ਬਰਕਰਾਰ ਦਰਸਾ ਰਹੀਆਂ ਹਨ ਅਤੇ ਉਹਨਾਂ ਵੱਲੋਂ ਅਜੇ ਬੈਂਕਰਪਸੀ ਵੀ ਦਾਇਰ ਕੀਤੀ ਨਹੀਂ ਦੱਸੀ ਜਾਂਦੀ। ਅਤੇ ਹੁਣ ਸਕ੍ਰਬੀ ਅਨਪੇਡ ਵਰਕਰਸ ਵੱਲੋਂ ਸ਼ੁਰੂ ਕੀਤਾ ਗਿਆ ਫੇਸਬੁੱਕ ਪੇਜ ਦਿਨ ਬ ਦਿਨ ਜ਼ਰੂਰ ਵੱਡਾ ਹੋ ਰਿਹਾ है ਅਤੇ पीड़ित मदद दी गुहार पा रहे हैं। ये जो कंपनी है इन्हें यही लग रहा है ना कि कौन जाएगा 1500 के लिए लॉयर के पास, इवन 3500 के लिए आप लॉयर के पास जाने लग जाओ, यूं निकल जाते हैं वो। तो इसलिए वो ये करे जा रहे हैं क्योंकि उन्हें पता है who's going to stop them। पर अगर हम टुगेदर मिलके फाइट करें then it becomes easier। तो the only thing is if there is any sort of legal aid that can come support us, it's a community thing। that will really help us। ਮੈਂ ਕਹਿੰਨੀ ਆ ਕਿ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ, ਨਾਟ ਕੇ ਵੀ ਇਹਨਾਂ ਦਾ ਬਿਲਕੁਲ ਸਟਾਪ ਹੀ ਕਰ ਦਿਓ, ਦੈਟਸ ਇਟ। ਇਹ ਜਿਹੜੇ 10 ਸਾਲ ਦੀ ਇਹਨਾਂ ਨੇ ਕਮਾਈ ਕੀਤੀ ਹੋਈ ਆ ਉਹ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਔਰ ਜਿਨ੍ਹਾਂ ਦੇ ਇਹਨਾਂ ਨੇ ਪੈਸੇ ਮਾਰੇ ਆ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ। ਐਨ ਜਿਹੜਾ ਹੁਣ ਆਮ ਨਾਟ ਦ ਓਨਲੀ ਵਨ ਜਿਹਨਾਂ ਦਾ ਇਮੋਸ਼ਨਲ ਅਬਿਊਜ਼ ਹੋਇਆ। ਉਹਦੇ ਬੈਟਰ ਬਿਜ਼ਨਸ ਬਿਊਰੋ ਅਨੁਸਾਰ ਆਨਲਾਈਨ ਯੁੱਗ ਵਿੱਚ ਧੋਖਾ ਕਰਨ ਵਾਲੇ ਲੋਕ ਵੀ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਹਨ, ਜਿਨ੍ਹਾਂ ਤੋਂ ਬਚਣ ਲਈ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। ਪ੍ਰਭਜੋਤ ਕਾਲੂ, ਓਮਨੀ ਨਿਊਜ਼, ਸਰੀ।